ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਰਟਸ ਰਾਈਟਿੰਗ ਟਾਸਕ 2 ਦੀ। ਤਾਂ ਜਿਹੜੀ ਅੱਜ ਆਪਣੇ ਕੋਲ ਟਾਈਪ ਹੈਗੀ ਆ ਉਹ ਹੈਗੀ ਆ ਡੂ ਯੂ ਐਗਰੀ ਔਰ ਡਿਸਐਗਰੀ। ਠੀਕ ਆ, ਤਾਂ ਇਹਦੇ ਵਿੱਚ ਐਗਰੀ ਦੇ ਪੁਆਇੰਟਸ ਆਪਾਂ ਦੇਣੇ ਹੁੰਦੇ ਆ ਜਾਂ ਫਿਰ ਡਿਸਐਗਰੀ ਦੇ ਦੇਣੇ ਹੁੰਦੇ, ਇਹ ਫੁੱਲੀ ਆਪਣੇ 'ਤੇ ਡਿਪੈਂਡ ਹੁੰਦਾ। ਤਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ BP1 ਦਾ ਕੀ ਸਟਰਕਚਰ ਆ, BP2 ਦਾ ਕੀ ਸਟਰਕਚਰ ਆ, ਅਤੇ ਫੁੱਲੀ ਐਸੇ ਕਿੱਦਾਂ ਔਰਗੇਨਾਈਜ਼ ਕਰਨਾ ਹੈਗਾ ਆਪਾਂ, ਅਤੇ ਜਿਹੜੇ ਡਿਫਰੈਂਟ ਕਨੈਕਟਰਸ ਕਿੱਦਾਂ ਯੂਜ਼ ਕਰਨੇ ਅਤੇ ਕਿੱਥੇ ਕਿੱਥੇ ਯੂਜ਼ ਕਰਨੇ ਹੈਗੇ ਆ, ਸੈਂਟੈਂਸ ਵੇਰੀਏਸ਼ਨਸ ਅਤੇ ਵੋਕੈਬ ਪਾਰਟ। ਠੀਕ ਆ, ਐਂਡ ਟਾਸਕ ਰਿਸਪੌਂਸ ਦੀ ਗੱਲ ਕਰਾਂਗੇ। ਤਾਂ ਅੱਜ ਆਪਾਂ ਜਿਹੜੀ ਐਗਰੀ ਔਰ ਡਿਸਐਗਰੀ ਦੇ ਟਾਈਪ ਫੁੱਲੀ ਸੋਲਵ ਕਰਾਂਗੇ ਅਤੇ ਇਹਦੇ ਜਿਹੜੇ ਸਾਰੇ ਡਾਊਟਸ ਹੈਗੇ ਆ ਕਲੀਅਰ ਕਰਾਂਗੇ। ਤਾਂ ਫਸਟ ਆਫ ਆਲ ਆਪਾਂ ਜਿਹੜੀ ਸਟੇਟਮੈਂਟ ਰੀਡ ਕਰਦੇ ਹਾਂ, when choosing a job the salary is the most important consideration, do you agree or disagree। ਕਿ ਉਹਨਾਂ ਨੇ ਪੁੱਛਿਆ ਕਿ ਜਿਹੜੀ ਜਦੋਂ ਸੈਲਰੀ ਆਪਾਂ ਜੋਬ ਚੂਜ਼ ਕਰਦੇ ਹੈਗੇ ਆ ਤਾਂ ਸੈਲਰੀ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਹੈ ਨਾ, ਵੀ ਮਤਲਬ ਹੋਰ ਜਿਹੜੇ ਐਸਪੈਕਟ ਹੈਗੇ ਉਹਨਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਸੈਲਰੀ ਆ। ਤਾਂ ਆਪਾਂ ਇਹ ਦੱਸਣਾ ਕਿ ਹੋਰ ਵੀ ਇੰਪੋਰਟੈਂਟ ਹੈਗੇ ਆ, ਮਤਲਬ ਆਪਾਂ ਨੂੰ ਦੱਸਿਆ ਨਹੀਂ ਸਟੇਟਮੈਂਟ ਦੇ ਵਿੱਚ ਕੰਪੈਰੀਜ਼ਨ ਕਿਹਦੇ ਨਾਲ ਕਰਨਾ, ਬਟ ਆਪਾਂ ਕੰਪੈਰੀਜ਼ਨ ਕਰਕੇ ਲਿਖਣਾ ਕਿਉਂਕਿ ਉਹਨਾਂ ਨੇ ਪੁੱਛਿਆ ਕਿ ਮੋਸਟ ਇੰਪੋਰਟੈਂਟ ਸੈਲਰੀ ਆ। ਬਟ ਆਪਾਂ ਇਹਦੇ ਵਿੱਚ ਜੇ ਤਾਂ ਆਪਾਂ ਕਹਿ ਰਹੇ ਕਿ ਹਾਂਜੀ ਇੱਕ ਸੈਲਰੀ ਹੀ ਇੰਪੋਰਟੈਂਟ ਹੈਗੀ ਆ ਤਾਂ ਫਿਰ ਆਪਾਂ ਜਾਵਾਂਗੇ ਐਗਰੀ ਵਾਲੀ ਸਾਈਡ 'ਤੇ। ਜੇ ਆਪਾਂ ਕਹਿ ਰਹੇ ਹਾਂ ਕਿ ਸੈਲਰੀ ਨਾਲੋਂ ਵੀ ਕੋਈ ਜ਼ਿਆਦਾ ਜ਼ਰੂਰੀ ਐਸਪੈਕਟ ਹੈਗੇ ਆ ਹੈ ਨਾ, ਜਿਹੜੇ ਕਿ ਆਪਾਂ ਨੂੰ ਦੇਖਣੇ ਚਾਹੀਦੇ ਆ ਜੋਬ ਫਾਈਂਡ ਕਰਨ ਲੱਗੇ, ਤਾਂ ਫਿਰ ਆਪਾਂ ਡਿਸਐਗਰੀ ਵਾਲੀ ਸਾਈਡ 'ਤੇ ਜਾਵਾਂਗੇ। ਤਾਂ ਇੱਕ ਗੱਲ ਹੋਰ ਤੁਸੀਂ ਇਹ ਚੀਜ਼ ਅਵੋਇਡ ਕਰਨੀ ਹੈਗੀ ਇਸ ਐਸੇ ਟਾਈਪ ਦੇ ਵਿੱਚ ਕਿ ਤੁਸੀਂ ਜਿਹੜਾ ਪਾਰਸ਼ਲੀ ਜਾ ਰਹੇ ਹੋ। ਠੀਕ ਆ, ਕਿ ਤੁਸੀਂ ਐਗਰੀ ਦਾ ਵੀ ਇੱਕ ਪੁਆਇੰਟ ਦੇ ਰਹੇ ਹੋ, ਡਿਸਐਗਰੀ ਦਾ ਵੀ। ਅਤੇ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜੇ ਐਗਰੀ ਵਾਲੀ ਸਾਈਡ ਹੈ BP1 ਐਗਰੀ ਦਾ ਕੀਤਾ ਤਾਂ BP2 ਵੀ ਐਗਰੀ ਦਾ ਹੀ ਕਰਾਂਗੇ। ਠੀਕ ਹੈ, ਜੇ ਡਿਸਐਗਰੀ ਵਾਲੀ ਸਾਈਡ ਚਲੇ ਗਏ ਤਾਂ ਡਿਸਐਗਰੀ ਦਾ ਲਿਖਾਂਗੇ ਸਾਰਾ ਐਸੇ। ਠੀਕ ਆ, ਤਾਂ ਇਹ ਆਪਾਂ ਸਿਰਫ ਉਦੋਂ ਕਰ ਸਕਦੇ ਹੁੰਦੇ ਹਾਂ ਪਾਰਸ਼ਲੀ, ਵੀ ਜਦੋਂ ਪਤਾ ਲੱਗ ਗਿਆ ਵੀ ਬਿਲਕੁਲ ਹੀ ਹੈ ਨਾ ਦੋ ਪੁਆਇੰਟਸ ਨਹੀਂ ਬਣ ਰਹੇ ਆਪਣੇ ਕੋਲ, ਨਾ ਐਗਰੀ ਦੇ ਨਾ ਡਿਸਐਗਰੀ, ਤੇ ਉਦੋਂ ਤਾਂ। ਬਟ ਤੁਸੀਂ ਜਿਹੜੀ ਫਸਟ ਕੋਸ਼ਿਸ਼ ਇਹੀ ਕਰਨੀ ਹੈਗੀ ਆ ਕਿ ਆਪਾਂ ਜਿਹੜੇ ਐਗਰੀ ਵਾਲੀ ਸਾਈਡ ਜਾਣਾ ਜਾਂ ਫਿਰ ਡਿਸਐਗਰੀ। ਠੀਕ ਆ, ਫੁੱਲੀ। ਤਾਂ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ BP1 ਦਾ ਸਟਰਕਚਰ ਆਪਣੇ ਕੋਲ ਇੱਥੇ ਸ਼ੋ ਹੋ ਰਿਹਾ ਹੈ। BP1 ਕੀ ਆ, ਫਸਟ ਆਫ ਆਲ ਆਪਾਂ ਜਿਹੜਾ ਕਿ ਲਿਖਣਾ ਟਾਸਕ ਸਟੇਟਮੈਂਟ, ਇੱਕ ਬੇਸਿਕ ਲਾਈਨ ਲਿਖ ਸਕਦੇ ਹਾਂ ਤੁਸੀਂ ਜੇ ਲਿਖਣੀ ਹੈਗੀ ਤਾਂ ਮੈਂ ਤੁਹਾਨੂੰ ਇੱਕ ਸੈਂਪਲ ਆਂਸਰ ਵਿੱਚ ਸ਼ੋ ਕਰੂੰਗੀ ਕਿ ਉਹ ਕਿੱਦਾਂ ਲਿਖੀ ਦੀ ਆ। ਜੇ ਤੁਸੀਂ ਨਹੀਂ ਵੀ ਲਿਖਣੀ ਤਾਂ ਰਹਿਣ ਵੀ ਸਕਦੇ ਆ। ਠੀਕ ਆ, ਤਾਂ ਟਾਸਕ ਸਟੇਟਮੈਂਟ ਪਹਿਲਾਂ ਦੇ ਦੇਣੀ ਆ, ਫਿਰ ਤੁਸੀਂ ਉਸਨੂੰ ਆਈਡੀਆ ਨੂੰ ਸਪੋਰਟ ਕਰਨ ਲਈ ਇੱਕ ਐਲੈਬੋਰੇਸ਼ਨ ਕਰਨੀ ਹੈਗੀ ਆ, ਬਾਅਦ ਵਿੱਚ ਤੁਸੀਂ ਇੱਕ ਐਗਜ਼ਾਮਪਲ ਐਡ ਕਰਨੀ ਆ, ਫਿਰ ਐਟ ਦਾ ਐਂਡ ਰਿਜ਼ਲਟ ਦੇਣਾ ਹੈਗਾ। ਇੱਦਾਂ ਹੀ ਤੁਸੀਂ BP2 ਯੂਜ਼ ਕਰਨਾ। ਦੇਖੋ ਜੇ BP1 ਐਗਰੀ ਦਾ ਹੋ ਗਿਆ ਤਾਂ BP2 ਵੀ ਆਪਣਾ ਐਗਰੀ ਦਾ ਹੋਊਗਾ ਇਸ ਟਾਈਪ ਦੇ ਵਿੱਚ। ਠੀਕ ਆ, ਐਗਰੀ ਔਰ ਡਿਸਐਗਰੀ, ਕਿਉਂਕਿ ਉਹਨਾਂ ਨੇ ਆਪਾਂ ਡਾਇਰੈਕਟ ਕੁਐਸਚਨ ਪੁੱਛਿਆ ਡੂ ਯੂ ਐਗਰੀ ਔਰ ਡਿਸਐਗਰੀ। ਤਾਂ ਜਿਹੜਾ ਹੁੰਦਾ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ, ਉਹ ਉਹਨਾਂ ਨੇ ਆਪਣੇ ਇੱਕ ਐਕਸਟੈਂਡ ਪੁੱਛੀ ਹੈ, ਉਹ ਆਪਾਂ ਕੰਪਲੀਟਲੀ ਐਗਰੀ ਡਿਸਐਗਰੀ ਵੀ ਹੋ ਸਕਦੇ ਹਾਂ, ਪਾਰਸ਼ਲੀ ਵੀ ਹੋ ਸਕਦੇ ਹਾਂ, ਟੂ ਲਾਰਜ ਐਕਸਟੈਂਡ ਤੱਕ ਵੀ ਹੋ ਸਕਦੇ ਹਾਂ। ਠੀਕ ਆ, ਤਾਂ ਇਸ ਟਾਈਪ ਵਿੱਚ ਆਪਾਂ ਇੱਕ ਸਾਈਡ 'ਤੇ ਰਹਿਣਾ ਵਾ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਇੰਟਰੋ ਦੀ। ਤਾਂ ਇੰਟਰੋ ਆਪਣੇ ਕੋਲ ਕੀ ਆ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਸੈਲਰੀ ਹੈਗੀ ਉਹ ਇੰਪੋਰਟੈਂਟ ਆ। ਜਿਹੜੀ ਆਪਣੇ ਕੋਲ ਇੰਟਰੋ ਉਹ ਦੋ ਚੀਜ਼ਾਂ ਤੋਂ ਬਣਦੀ ਆ, ਰੀਫਰੇਸ ਪਲੱਸ ਥੀਸਿਸ ਲਾਈਨ। ਜਦੋਂ ਆਪਾਂ ਥੀਸਿਸ ਲਾਈਨ ਦੇਣੀ ਹੈਗੀ ਆ ਤਾਂ ਉਸ ਤੋਂ ਆਪਾਂ ਨੂੰ ਇਹ ਕਲੀਅਰ ਹੋ ਜਾਣਾ ਕਿ ਜਦੋਂ ਐਗਜ਼ਾਮੀਨਰ ਆਪਣਾ ਜਿਹੜਾ ਐਸੇ ਆ ਉਹ ਰੀਡ ਕਰੇ ਚੈੱਕ ਕਰਨ ਟਾਈਮ, ਤਾਂ ਉਹਨੂੰ ਥੀਸਿਸ ਲਾਈਨ ਦੇ ਵਿੱਚੋਂ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਕਿ ਆਪਾਂ ਕਿਹੜੀ ਸਾਈਡ 'ਤੇ ਆ। ਠੀਕ ਆ, ਵੀ ਐਗਰੀ ਆ ਜਾਂ ਡਿਸਐਗਰੀ ਆ ਜਾਂ ਰੀਜ਼ਨ ਦੇ ਰਹੇ ਆ, ਪ੍ਰੋਬਲਮ ਤੁਸੀਂ ਕੋਈ ਵੀ ਐਸੇ ਕਰ ਰਹੇ ਆ, ਤੁਸੀਂ ਉਹਦੇ ਵਿੱਚ ਕੀ ਕਰੋਗੇ BP1 BP2 ਦੇ ਵਿੱਚ ਥੀਸਿਸ ਲਾਈਨ ਤੋਂ ਇਹ ਬਿਲਕੁਲ ਕਲੀਅਰਲੀ ਪਤਾ ਲੱਗ ਜਾਣਾ ਚਾਹੀਦਾ ਵਾ। ਤਾਂ ਹੁਣ ਆਪਾਂ ਕੀ ਗੱਲ ਕਰਦੇ ਹਾਂ, ਇੰਟਰੋ ਰੀਫਰੇਸ ਕਿੱਦਾਂ ਕਰਾਂਗੇ। ਇਟ ਇਜ਼ ਕੰਸੀਡਰ ਦੈਟ, ਤਾਂ ਜਿਹੜੇ ਤੁਸੀਂ ਇਹ ਲਾਈਨਾਂ ਤੁਸੀਂ ਹਰ ਇੱਕ ਟਾਸਕ ਵਿੱਚ ਲਿਖ ਸਕਦੇ ਹੋ ਜਦੋਂ ਵੀ ਕੋਈ ਇੰਟਰੋ ਬਣਾਉਣੀ ਹੋਵੇ। ਇਟ ਇਜ਼ ਕੰਸੀਡਰ ਦੈਟ, ਇਹ ਮੰਨਿਆ ਜਾਂਦਾ ਹੈ ਕਿ ਦੈਟ ਇਟ ਇਜ਼ ਅਸੈਂਸ਼ੀਅਲ ਫੈਕਟਰ ਇਨ ਵੇਜਿਸ, ਤਾਂ ਵੇਜਿਸ ਦੇ ਇਹ ਵੇਜਿਸ ਜਿਹੜਾ ਹੈਗਾ ਉਹ ਇੱਕ ਅਸੈਂਸ਼ੀਅਲ ਫੈਕਟਰ ਹੈਗਾ ਵਾਈਲ ਚੂਜ਼ਿੰਗ ਐਨ ਅਕੋਪੇਸ਼ਨ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਰੀਫਰੇਸ ਕਿੱਦਾਂ ਕੀਤੀ। ਇਟ ਇਜ਼ ਕੰਸੀਡਰ ਦੈਟ, ਇਹ ਲਾਈਨ ਆਪਾਂ ਨੂੰ ਸਟੇਟਮੈਂਟ 'ਚ ਨਹੀਂ ਦਿੱਤੀ, ਆਪਾਂ ਆਪਣੇ ਕੋਲੋਂ ਪਾ ਲਈ। ਠੀਕ ਆ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਲਰੀ ਦੀ। ਆਪਾਂ ਨੂੰ ਇੱਥੇ ਵਰਡ ਕੀ ਦਿੱਤਾ ਹੈਗਾ ਸੈਲਰੀ, ਤਾਂ ਆਪਾਂ ਕੀ ਕੀਤਾ ਹੈਗਾ ਵੇਜਿਸ ਕਰ ਦਿੱਤਾ। ਲਾਈਨ ਵੀ ਪੂਰੀ ਆਪਾਂ ਚੇਂਜ ਕੀਤੀ ਹੈਗੀ ਆ, ਬਟ ਮੈਂ ਤੁਹਾਨੂੰ ਜਿਹੜੇ ਵਰਡ ਦੱਸ ਰਹੀ ਹਾਂ ਕਿਹੜੇ ਚੇਂਜ ਕੀਤੇ। ਆਪਾਂ ਨੂੰ ਉੱਥੇ ਜੋਬ ਦੱਸਿਆ ਤਾਂ ਆਪਾਂ ਅਕੋਪੇਸ਼ਨ ਦੱਸਿਆ, ਉੱਥੇ ਉਹਨਾਂ ਨੇ ਆਪਾਂ ਨੂੰ ਕਿਹਾ ਵੈਨ ਚੂਜ਼ਿੰਗ ਜੋਬ, ਤਾਂ ਇੱਥੇ ਆਪਾਂ ਕੀ ਕੀਤਾ ਵਾਈਲ ਚੂਜ਼ਿੰਗ। ਠੀਕ ਆ, ਤਾਂ ਵੈਨ ਤੇ ਵਾਈਲ ਕਰ ਦਿੱਤਾ। ਤਾਂ ਦੇਖੋ ਆਪਣੀਆਂ 3 ਲਾਈਨਸ 'ਚ ਰੀਫਰੇਸ ਕੀਤੀ ਆ, 3 ਲਾਈਨ ਬਿਲਕੁਲ ਹੀ ਚੇਂਜ ਕਰ ਦਿੱਤੀਆਂ ਆਪਾਂ ਸਟੇਟਮੈਂਟ ਦੇ ਨਾਲੋਂ, ਤੇ ਬਟ ਆਪਣਾ ਜਿਹੜਾ ਮੀਨਿੰਗ ਸੇਮ ਨਿਕਲ ਰਿਹਾ ਵਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਥੀਸਿਸ ਲਾਈਨ ਦੀ। आई विल गिव रीज़न, कि मैं रीज़न दूंगा वाई आई कंप्लीटली डिसएग्री विद दिस पॉइंट ऑफ व्यू। तो हुण आपां की कर रहे हैं डिसएग्री हो रहे हैं स्टेटमेंट च कि आपां दसता जी थीसिस लाइन दे विच कि मैं रीज़न दूंगा कातों मैं डिसएग्री इस पॉइंट ऑफ व्यू नाल, बिकॉज देयर आर अदर एस्पैक्ट विच आर इंपॉर्टेंट फॉर जॉब सैटिस्फैक्शन, क्योंकि होर भी जिहड़े एस्पैक्ट है जिहड़े जॉब सैटिस्फैक्शन लई इंपॉर्टेंट है कि आपां नूं कली सैलरी ही नहीं चाहिए हुंदी, होर भी कई चीज़ां जिहड़ियां आपां देखणियां हुंदियां जदों जॉब फाइंड करदे हां। ठीक आ,
ਤਾਂ ਹੁਣ ਆਪਣੀ ਜਿਹੜੀ ਇਹ ਹੋ ਗਈ ਰੀਫਰੇਸ, ਤਾਂ ਐਗਜ਼ਾਮੀਨਰ ਨੂੰ ਕਲੀਅਰ ਹੋ ਗਿਆ ਇੱਥੋਂ ਹੀ ਕਿ ਬੱਚਾ ਜਿਹੜਾ ਡਿਸਐਗਰੀ ਜਾ ਰਿਹਾ ਹੈਗਾ ਤੇ ਹੋਰ ਐਸਪੈਕਟ ਦੱਸੂਗਾ BP1 ਐਂਡ BP2 ਦੇ ਵਿੱਚ, ਠੀਕ ਆ। ਤੇ ਜੇ ਤੁਸੀਂ ਥੀਸਿਸ ਲਾਈਨ ਦੇ ਵਿੱਚ ਮੈਂਸ਼ਨ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਆ, ਜਿੱਦਾਂ ਕਿ ਆਪਾਂ ਕਹੀਏ ਵੀ ਅਦਰ ਐਸਪੈਕਟ ਹੈਗੇ ਆ ਲਾਈਕ BP1 'ਚ ਜਿਹੜਾ ਤੁਸੀਂ ਲਿਖਿਆ ਉਹ ਲਿਖ ਕੇ ਫਿਰ ਤੁਸੀਂ ਐਂਡ ਪਾ ਕੇ ਇੱਕ A ਵਾਲਾ, ਠੀਕ ਆ, ਤੁਸੀਂ ਉਹ ਦੋਨੋਂ ਮੈਂਸ਼ਨ ਕਰ ਸਕਦੇ ਥੀਸਿਸ ਲਾਈਨ ਦੇ ਵਿੱਚ। ਤਾਂ ਹੁਣ ਆਪਾਂ ਗੱਲ ਕਰਦੇ ਹਾਂ BP1 ਦੇ। BP1 ਦਾ ਸਟਰਕਚਰ ਆਪਾਂ ਇਹ ਫੋਲੋ ਕਰਨਾ ਹੈਗਾ, ਟਾਸਕ ਸਟੇਟਮੈਂਟ, ਸਪੋਰਟ ਆਈਡੀਆ, ਐਗਜ਼ਾਮਪਲ ਐਂਡ ਰਿਜ਼ਲਟ, ਠੀਕ ਆ। ਹੁਣ ਜਿਹੜੇ ਬੇਸਿਕ ਲਾਈਨ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਲਿਖ ਸਕਦੇ ਹਾਂ, ਤੁਸੀਂ ਅਵੋਇਡ ਵੀ ਕਰ ਸਕਦੇ ਆ, ਇਹ ਤੁਹਾਡੀ ਵਿਸ਼ ਹੈਗੀ ਆ। ਤਾਂ ਹੁਣ ਆਪਾਂ ਕਰਦੇ ਹਾਂ ਕਿ ਉਹ ਕਿੱਦਾਂ ਲਿਖੀ ਦੀ ਹੈ। ਟੂ ਬਿਗਨ ਵਿਦ, ਪਹਿਲਾਂ ਤਾਂ ਤੁਸੀਂ ਕਨੈਕਟਰ ਯੂਜ਼ ਕਰ ਲੈਣਾ, ਠੀਕ ਹੈ। ਟੂ ਬਿਗਨ ਵਿਦ ਕੌਮਾ, ਜਿੱਥੇ ਵੀ ਕਨੈਕਟਰ ਯੂਜ਼ ਕੀਤਾ ਉਹਦੇ ਨਾਲ ਕੌਮਾ ਮਤਲਬ ਕੰਪਲਸਰੀ ਹੈ ਯੂਜ਼ ਕਰਨਾ ਹੀ ਹੈਗਾ, ਠੀਕ ਆ। ਪੀਪਲ ਹੈਵ ਵੇਰੀਅਸ ਕੰਸਰਨ, ਤਾਂ ਜੇ ਲੋਕਾਂ ਕੋਲੇ ਬਹੁਤ ਸਾਰੇ ਕੰਸਰਨ ਆ ਵੈਨ ਚੂਜ਼ਿੰਗ ਅ ਜੋਬ ਇੰਸਟੈਡ ਆਫ ਓਨਲੀ ਸੈਲਰੀ, ਤਾਂ ਬਜਾਏ ਇਕੱਲੀ ਸੈਲਰੀ ਦੇਖਣ ਦੇ ਹੋਰ ਵੀ ਕੰਸਰਨ ਆ ਜਿਹੜੇ ਲੋਕਾਂ ਨੇ ਦੇਖਣੇ ਹੁੰਦੇ ਆ, ਠੀਕ ਆ। ਤਾਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕੰਸਰਨ ਕਿਹੜੇ ਆ। ਤਾਂ ਹੁਣ ਆਪਾਂ BP1 ਦੇ ਵਿੱਚ ਕੀ ਦੱਸਣਾ, ਪਹਿਲਾਂ ਟਾਸਕ ਸਟੇਟਮੈਂਟ ਦੱਸਦੇ ਹਾਂ। ਫਰਸਟਲੀ ਅ ਪੈਸ਼ਨ ਫॉर ਅ ਪ੍ਰੋਫੈਸ਼ਨ, ਠੀਕ ਆ। ਪੈਸ਼ਨ ਮਤਲਬ ਹੁੰਦਾ ਇੰਟਰਸਟ, ਠੀਕ ਆ, ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਦਿਲਚਸਪੀ ਹੁੰਦੀ ਆ ਆਪਾਂ ਨੂੰ ਆਪਣੇ ਕੰਮ ਵਿੱਚ, ਠੀਕ ਆ। ਪੈਸ਼ਨ ਫॉर ਅ ਪ੍ਰੋਫੈਸ਼ਨ ਇਜ਼ ਅ ਕੀ ਕੰਸੀਡਰੇਸ਼ਨ, ਤਾਂ ਜਿਹੜਾ ਮੇਨ ਐਸਪੈਕਟ ਕੀ ਆ ਕਿ ਉਹ ਇਹ ਦੇਖਣਾ ਚਾਹੀਦਾ ਕਿ ਆਪਣੀ ਜੋਬ ਜਿਹੜੀ ਹੈ ਇੰਟਰਸਟਿੰਗ ਹੋਣੀ ਚਾਹੀਦੀ ਹੈ, ਠੀਕ ਆ। ਤਾਂ ਹੁਣ ਇਹ ਤਾਂ ਹੋ ਗਈ ਆਪਣੀ ਟਾਸਕ ਸਟੇਟਮੈਂਟ। ਹੁਣ ਕੀ ਆਪਾਂ ਕਰਨਾ, ਐਲੈਬੋਰੇਟ ਕਰਨਾ ਹੈਗਾ ਕਿ ਪਤਾ ਚੱਲ ਜਾਏ, ਇਹਨੂੰ ਸਪੋਰਟ ਕਰ ਦੇਵੇ ਇਸ ਆਈਡੀਆ ਨੂੰ ਆਪਣੇ ਨੂੰ, ਠੀਕ ਆ। ਟੂ ਐਕਸਪਲੇਨ ਇਟ, ਕਨੈਕਟਰ ਯੂਜ਼ ਕੀਤਾ, ਕੌਮਾ ਯੂਜ਼ ਕੀਤਾ, ਠੀਕ ਆ। ਇਟ ਇਜ਼ ਨੈਸੈਸਰੀ ਟੂ ਮੇਕ ਸ਼ੋਰ ਦੈਟ, ਇਹ ਨੈਸੈਸਰੀ ਹੈ ਕਿ ਸ਼ੋਰ ਕਰੋ one enjoy this occupation in order to perform better in it, in order to ਇੱਕ sentence type ਆ ਤੁਸੀਂ ਐਡ ਕਰ ਸਕਦੇ ਹੋ ਜਦੋਂ ਆਪਾਂ ਰਿਜ਼ਲਟ ਵੀ ਨਾਲ ਹੀ ਦੱਸਣਾ ਹੋਵੇ, ਠੀਕ ਆ। ਕਿ ਆਪਾਂ ਕੀ ਕਹਿ ਰਹੇ ਤਾਂ ਕਿ ਰਿਜ਼ਲਟ ਦੱਸਦਾ ਕਿ ਬੈਟਰ ਪਰਫੋਰਮ ਕਰਨ ਲਈ ਉਹਨਾਂ ਨੂੰ ਆਪਣਾ ਇੰਜੋਏ ਕਰਨਾ ਚਾਹੀਦਾ occupation, ਠੀਕ ਆ। ਤਾਂ ਹੁਣ ਆਪਾਂ ਜਿਹੜਾ ਐਕਸਪਲੇਨ ਕਰਤਾ ਕਿ ਜਿਹੜਾ ਪੈਸ਼ਨ ਹੋਣਾ ਜ਼ਰੂਰੀ ਆ। ਦੇਖੋ ਜੇ ਪੈਸ਼ਨ ਹੈਗਾ ਗਾ, ਉਹਨਾਂ ਨੂੰ ਆਪਣੇ ਆਕੂਪੇਸ਼ਨ ਪਸੰਦ ਹੈਗਾ, ਆਪਣਾ ਜਿਹੜਾ ਕੰਮ ਪਸੰਦ ਆ, ਤੇ ਤਾਂ ਹੀ ਉਹ ਇੰਜੋਏ ਕਰਨਗੇ, ਠੀਕ ਆ। ਜੇ ਉਹ ਇੰਜੋਏ ਕਰਨਗੇ ਤਾਂ ਫਿਰ ਕੀ ਉਹ ਕਰਨਗੇ, ਬੈਟਰ ਪਰਫੋਰਮ ਕਰਨਗੇ ਆਪਣੇ ਕੰਮ 'ਚ, ਹੈ ਨਾ। ਤਾਂ ਇਹ ਆਪਾਂ ਜਿਹੜਾ ਇੱਥੋਂ ਤੱਕ ਹੁਣ ਦੱਸ ਦਿੱਤਾ ਗਾ। ਦੇਖੋ ਪਹਿਲਾਂ ਆਪਾਂ ਕੀ ਕੀਤਾ, ਪੈਸ਼ਨ, ਠੀਕ ਆ, ਫਿਰ ਆਪਾਂ ਇੰਜੋਏ ਕਰ ਦਿੱਤਾ। ਇਸ ਤਰ੍ਹਾਂ ਆਪਣਾ ਜਿਹੜਾ ਵਕੈਬ ਪਾਰਟ ਕਵਰ ਹੋ ਰਿਹਾ। ਸੈਂਟੈਂਸ ਵੇਰੀਏਸ਼ਨ ਇਨ ਆਰਡਰ ਟੂ ਕਰ ਦਿੱਤਾ ਆਪਾਂ। ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ। ਫੋਰ ਐਗਜ਼ਾਮਪਲ, ਟਾਸਕ ਸਟੇਟਮੈਂਟ ਤੋਂ ਬਾਅਦ ਆਪਣੀ ਐਲੈਬੋਰੇਸ਼ਨ ਹੋ ਗਈ। ਦੈਨ ਆਪਾਂ ਕੀ ਕਰ ਰਹੇ ਹਾਂ, ਐਗਜ਼ਾਮਪਲ ਐਡ ਕਰ ਰਹੇ ਹਾਂ। ਅ ਸਰਵੇ ਵਾਜ਼ ਕੰਡਕਟਡ ਬਾਈ ਬਿਜ਼ਨਸ ਡਿਪਾਰਟਮੈਂਟ, ਤਾਂ ਇੱਕ ਜਿਹੜੀ ਬਿਜ਼ਨਸ ਡਿਪਾਰਟਮੈਂਟ ਵੱਲੋਂ ਇੱਕ ਸਰਵੇ ਜਿਹੜਾ ਕੰਡਕਟ ਹੋਇਆ ਵਾ। ਫਾਊਂਡ ਦੈਟ, ਉਸਨੇ ਕੀ ਫਾਊਂਡ ਕੀਤਾ ਹੈਗਾ, ਇੰਟਰਸਟ ਇਜ਼ ਮੋਰ ਇੰਪੋਰਟੈਂਟ ਟੂ ਇੰਪਰੂਵ ਪਰਫੋਰਮੈਂਸ ਆਫ ਐਨ EMPLOYE ਐਜ਼ ਕੰਪੇਅਰ ਟੂ ਅਦਰ ਸਕਿੱਲਸ। ਤਾਂ ਜੇ ਆਪਾਂ ਕਿਸੇ ਹੋਰ ਸਕਿੱਲਸ ਦੀ ਗੱਲ ਕਰੀਏ, ਇੰਟਰਸਟ ਜਿਹੜਾ ਮੋਸਟ ਇੰਪੋਰਟੈਂਟ ਫੈਕਟਰ ਹੈਗਾ ਗਾ ਕਾਹਦੇ ਲਈ, ਜਿਹੜੀ ਪਰਫੋਰਮੈਂਸ ਨੂੰ ਇੰਪਰੂਵ ਕਰਨ ਲਈ EMPLOYES ਦੀ, ਠੀਕ ਆ। ਤਾਂ ਹੁਣ ਆਪਾਂ ਜਿਹੜੇ ਇੱਕ ਸੈਂਟੈਂਸ ਟਾਈਪ ਹੋਰ ਯੂਜ਼ ਕਰ ਲਈ ਹੈਗੀ ਆ, ਐਜ਼ ਕੰਪੇਅਰ ਟੂ। ਜਦੋਂ ਤੁਸੀਂ ਕਿਸੇ ਚੀਜ਼ ਦਾ ਕੰਪੈਰੀਜ਼ਨ ਕਰਨਾ ਹੋਵੇ ਤਾਂ ਉਦੋਂ ਆਪਾਂ, ਠੀਕ ਆ, ਐਜ਼ ਕੰਪੇਅਰ ਟੂ ਲਿਖਦੇ ਹੈਗੇ ਆ। ਇੱਦਾਂ ਆਪਾਂ ਐਗਜ਼ਾਮਪਲ ਐਡ ਕਰਤੀ। ਹੁਣ ਆਪਾਂ ਰਿਜ਼ਲਟ ਦੇਵਾਂਗੇ ਸਾਰੇ ਜਿਹੜਾ BP1 ਦੇ ਵਿੱਚ ਆਪਾਂ ਲਿਖ ਦਿੱਤਾ ਹੈਗਾ, ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ ਕਰ ਦਿੱਤੀ ਆ, ਐਗਜ਼ਾਮਪਲ ਐਡ ਕਰਤੀ, ਤਾਂ ਉਹਦਾ ਰਿਜ਼ਲਟ ਕੀ ਹੈ, ਠੀਕ ਆ। ਹੈਂਸ ਐਨ ਇੰਟਰਸਟਿੰਗ ਜੋਬ ਹੈਲਪਸ ਪੀਪਲ ਟੂ ਗਰੋ ਇਨ ਦੇਅਰ ਫੀਲਡ। ਦੇਖੋ ਜੇ ਪਰਫੋਰਮ ਬੈਟਰ ਕਰਨਗੇ ਤਾਂ ਉਹ ਗਰੋ ਕਰਨਗੇ ਆਪਣੇ ਫੀਲਡ ਦੇ ਵਿੱਚ। ਤਾਂ ਫਿਰ ਆਪਾਂ ਕੀ ਕਹਿ ਰਹੇ ਤਾਂ ਕਿ ਜਿਹੜੀ ਇੰਟਰਸਟਿੰਗ ਜੋਬ ਉਹ ਹੈਲਪ ਕਰਦੀ ਆ ਲੋਕਾਂ ਨੂੰ ਕਿ ਉਹ ਆਪਣੇ ਫੀਲਡ ਵਿੱਚ ਗਰੋ ਕਰ ਸਕਣ, ਠੀਕ ਆ। ਦੇਖੋ BP1 ਦੇ ਵਿੱਚ ਆਪਾਂ ਕੀ ਲਿਖਿਆ, ਆਪਾਂ ਗਏ ਡਿਸਐਗਰੀ ਸਟੇਟਮੈਂਟ ਦੇ ਨਾਲ। ਉਹਨਾਂ ਨੇ ਕਿਹਾ ਸੀ ਕਿ ਸੈਲਰੀ ਜਿਹੜੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਹੋਰ ਰਿਸਪੈਕਟ ਨਾਲੋਂ। ਆਪਾਂ ਕਿਹਾ ਨਹੀਂ, ਹੋਰ ਵੀ ਰਿਸਪੈਕਟ ਹੈਗੇ ਆ ਜਿਹੜੇ ਕਿ ਇੰਪੋਰਟੈਂਟ ਆ। ਤਾਂ ਆਪਾਂ ਫਸਟ ਕੀ ਰਿਸਪੈਕਟ ਦੱਸਿਆ ਕਿ ਪੈਸ਼ਨ, ਮਤਲਬ ਪੈਸ਼ਨ ਹੋਣਾ ਚਾਹੀਦਾ ਆਪਣੇ ਪ੍ਰੋਫੈਸ਼ਨ ਦੇ ਲਈ, ਠੀਕ ਆ। ਤਾਂ ਆਪਾਂ ਜਿਹੜੇ ਵਕੈਬ ਦਾ ਪਾਰਟ ਕਵਰ ਕਰੀ ਜਾਂਦੇ ਹਾਂ, ਨਾਲ ਨਾਲ ਆਕੂਪੇਸ਼ਨ ਯੂਜ਼ ਕਰ ਲਿਆ, ਹੈ ਨਾ, ਅਤੇ ਪੈਸ਼ਨ ਯੂਜ਼ ਕਰ ਲਿਆ, ਇੰਜੋਏ ਯੂਜ਼ ਕਰ ਲਿਆ। ਤਾਂ ਆਪਾਂ ਡਿਫਰੈਂਟ ਜਿਹੜੇ ਵਰਡ ਕਰੀ ਜਾਂਦੇ ਹਾਂ। ਤਾਂ ਸੈਂਟੈਂਸ ਟਾਈਪ ਆਪਾਂ ਜਿਹੜੇ ਕਰ ਦਿੱਤੇ ਆ ਕੰਪਲੈਕਸ। ਤਾਂ ਆਪਾਂ ਕੀ ਕਰ ਦਿੱਤਾ, ਐਜ਼ ਕੰਪੇਅਰ ਟੂ, ਕੰਪੈਰੀਜ਼ਨ ਵਾਲਾ ਵੀ ਵਿੱਚ ਪਾ ਦਿੱਤਾ ਹੈਗਾ, ਇਨ ਆਰਡਰ ਟੂ ਵੀ ਪਾ ਦਿੱਤਾ ਜਦੋਂ ਆਪਾਂ ਰਿਜ਼ਲਟ ਨਾਲ ਹੀ ਦੱਸਦੇ ਹਾਂ, ਠੀਕ ਆ। ਤਾਂ ਇਹ ਆਪਣੇ ਜਿਹੜਾ ਸੈਂਟੈਂਸ ਟਾਈਪ ਹੋ ਗਿਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ BP ਦੀ। BP1 ਹੋ ਗਿਆ ਆਪਣੇ ਕੋਲ, ਠੀਕ ਹੈ, ਰਿਜ਼ਲਟ ਤੱਕ। ਹੁਣ ਆਪਾਂ ਕੀ ਕਰਨਾ, BP2 ਵੀ ਆਪਣਾ ਡਿਸਐਗਰੀ ਤੇ ਜਾਊਗਾ। ਇਟ ਮੀਨਸ ਕਿ ਆਪਾਂ ਇੱਕ ਹੋਰ ਰਿਸਪੈਕਟ ਦੱਸਣਾ ਕਿ ਜਿਹੜਾ ਸੈਲਰੀ ਜਿੰਨਾ ਜਾਂ ਸੈਲਰੀ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਆ, ਵਾਈਲ ਚੂਜ਼ਿੰਗ ਅ ਜੋਬ। ਦੇਖੋ ਹੁਣ ਗੱਲ ਕਰਦੇ ਹਾਂ ਬੇਸਿਕ ਲਾਈਨ ਦੀ, ਠੀਕ ਆ। ਸ਼ਿਫਟਿੰਗ ਟੂਵਰਡ ਦਾ ਅਦਰ ਐਲੀਮੈਂਟ ਦੈਟ ਨੀਡਸ ਟੂ ਬੀ ਕੰਸੀਡਰ। ਤਾਂ ਕੀ ਆ, ਆਪਾਂ ਉਸ ਜਿਹੜੇ ਐਲੀਮੈਂਟ ਵੱਲ ਸ਼ਿਫਟ ਕਰ ਰਹੇ ਹਾਂ ਜਿਹੜਾ ਕਿ ਜ਼ਰੂਰੀ ਆ ਕੰਸੀਡਰ ਕਰਨਾ। ਵੈਨ ਇਟ ਕਮਸ ਟੂ ਟੇਕਿੰਗ ਅ ਨਿਊ ਜੋਬ, ਜਦੋਂ ਕਿ ਆਪਾਂ ਕੋਈ ਨਿਊ ਜੋਬ ਲੈਣਾ ਚਾਹੁੰਦੇ ਹਾਂ ਜਾਂ ਲੈਂਦੇ ਹਾਂ, ਉਦੋਂ ਇਹ ਕੰਸੀਡਰ ਕਰਨਾ ਜ਼ਰੂਰੀ ਹੈਗਾ ਗਾ। ਉਹ ਕਿਹੜਾ ਐਲੀਮੈਂਟ ਆ, ਇਹ ਬੇਸਿਕ ਲਾਈਨ ਆਪਾਂ ਲਿਖ ਦਿੱਤੀ ਹੈ, ਠੀਕ ਆ।
ਤਾਂ ਹੁਣ ਆਪਣਾ ਕੀ ਆ ਗਿਆ ਟਾਸਕ ਸਟੇਟਮੈਂਟ ਦੀ। ਤਾਂ ਟਾਸਕ ਸਟੇਟਮੈਂਟ ਕੀ ਆ, ਦ ਪੋਜ਼ਿਟਿਵ ਐਂਡ ਓਪਨ ਵਰਕ ਪਲੇਸ ਇਜ਼ ਰੀਅਲੀ ਨੈਸੈਸਰੀ ਫॉर ਜੌਬ। ਤਾਂ ਹੁਣ ਕੀ ਆਪਾਂ ਕਹਿਦਾ ਕਿ ਜਿਹੜੀ ਸੈਲਰੀ ਹੈਗੀ ਇੰਪੋਰਟੈਂਟ, ਉਹਦੇ ਨਾਲ ਨਾਲ ਜਾਂ ਉਹਦੇ ਜਿੰਨਾ ਹੋਰ ਕੀ ਇੰਪੋਰਟੈਂਟ ਆ ਕਿ ਜਿੱਥੇ ਆਪਾਂ ਕੰਮ ਕਰਨਾ ਉਹ ਪਲੇਸ ਕੀ ਹੋਣੀ ਚਾਹੀਦੀ, ਇੱਕ ਤਾਂ ਓਪਨ ਹੋਣੀ ਚਾਹੀਦੀ, ਇੱਕ ਪੋਜ਼ਿਟਿਵ ਹੋਣੀ ਚਾਹੀਦੀ ਹੈ, ਠੀਕ ਆ। ਤਾਂ ਆਪਾਂ ਜਿਹੜਾ ਇਹ ਵੀ ਐਸਪੈਕਟ ਜ਼ਰੂਰੀ ਆ ਕੰਮ ਕਰਨ ਲਈ। ਤਾਂ ਹੁਣ ਆਪਾਂ ਇਹਨੂੰ ਇਲੈਬੋਰੇਟ ਕਰਕੇ ਦੱਸਾਂਗੇ ਵੀ ਕਿਵੇਂ ਇੰਪੋਰਟੈਂਟ ਆ ਟੂ ਇਲੈਬੋਰੇਟ ਇਟ, ਠੀਕ ਆ। ਤਾਂ ਆਪਾਂ ਕਨੈਕਟਰ ਯੂਜ਼ ਕੀਤਾ, ਕੌਮਾ ਯੂਜ਼ ਕੀਤਾ। ਅ ਪਲੇਸ ਵੇਅਰ ਪੀਪਲ ਵਿਲ ਸਪੈਂਡ ਮੋਸਟ ਆਫ ਦੇਅਰ ਵਰਕਿੰਗ ਆਵਰਸ, ਜਿੱਥੇ ਲੋਕਾਂ ਨੇ ਆਪਣਾ ਜਿਹੜਾ ਜ਼ਿਆਦਾ ਟਾਈਮ ਸਪੈਂਡ ਕਰਨਾ ਹੈਗਾ ਗਾ, ਆਵਰਸ ਐਵਰੀ ਡੇ ਸ਼ੁੱਡ ਬੀ, ਐਵਰੀ ਡੇ ਕਰਨਾ ਹੈ, ਹਰ ਇੱਕ ਦਿਨ ਜਿੱਥੇ ਉਹਨਾਂ ਨੇ ਆਪਣੇ ਵਰਕਿੰਗ ਡੇਜ਼ ਜਿਹੜੇ ਸਪੈਂਡ ਕਰਨੇ ਹੈਗੇ ਆ, ਸ਼ੁੱਡ ਬੀ ਐਨਰਜੈਟਿਕ ਐਂਡ ਸਪੋਰਟਿੰਗ। ਤਾਂ ਜਿਹੜਾ ਉਹ ਕੀ ਹੋਣਾ ਚਾਹੀਦਾ, ਉਹ ਪਲੇਸ ਕੀ ਹੋਣੀ ਚਾਹੀਦੀ ਹੈ, ਐਨਰਜੈਟਿਕ ਐਂਡ ਸਪੋਰਟਿੰਗ ਹੋਣੀ ਚਾਹੀਦੀ ਹੈ, ਠੀਕ ਆ। ਤਾਂ ਦੇਖੋ ਪੋਜ਼ਿਟਿਵ ਦਾ ਆਪਾਂ ਪਹਿਲਾਂ ਪੋਜ਼ਿਟਿਵ ਯੂਜ਼ ਕਰ ਲਿਆ, ਫਿਰ ਆਪਾਂ ਐਨਰਜੈਟਿਕ ਲਿਖ ਦਿੱਤਾ ਹੈ ਨਾ। ਤਾਂ ਓਪਨ ਵਰਕ ਪਲੇਸ 'ਤੇ ਆਪਾਂ ਸਪੋਰਟਿੰਗ ਕਰ ਦਿੱਤਾ। ਤਾਂ ਇਹ ਨਾਲ ਆਪਣਾ ਵਕੈਬ ਪਾਰਟ ਜਿਹੜਾ ਕਵਰ ਹੋ ਰਿਹਾ। ਬਿਕੋਜ਼ ਕਿਉਂ ਹੋਣਾ ਚਾਹੀਦਾ ਐਨਰਜੈਟਿਕ ਅਤੇ ਸਪੋਰਟਿਵ, ਬਿਕੋਜ਼ ਆ ਫਰੈਂਡਲੀ ਇਨਵਾਇਰਮੈਂਟ, ਕਿ ਜਿਹੜਾ ਫਰੈਂਡਲੀ ਇਨਵਾਇਰਮੈਂਟ ਆ ਉਹ ਕੀ ਆ, ਵੁੱਡ ਬੀ ਬੈਨੀਫਿਸ਼ੀਅਲ ਫॉर ਵਰਕਸ। ਤਾਂ ਉਹ ਜਿਹੜਾ ਵਰਕਰਸ ਲਈ ਬੈਨੀਫਿਸ਼ੀਅਲ ਹੋਵੇਗਾ, ਠੀਕ ਆ। ਤਾਂ ਕਰਕੇ ਇੱਕ ਜਿਹੜਾ ਖੁੱਲ੍ਹਾ ਆਪਾਂ ਨੂੰ ਅਤੇ ਓਪਨ ਪੋਜ਼ਿਟਿਵ ਸਪੋਰਟ ਕਰਨ ਵਾਲਾ ਐਨਰਜੈਟਿਕ ਇਨਵਾਇਰਮੈਂਟ ਹੋਣਾ ਜ਼ਰੂਰੀ ਆ। ਤਾਂ ਇਹ ਆਪਣਾ ਜਿਹੜਾ ਹੋ ਗਿਆ ਐਲੈਬੋਰੇਸ਼ਨ, ਠੀਕ ਆ। ਤਾਂ ਹੁਣ ਆਪਾਂ ਕੀ ਗੱਲ ਕਰ ਰਹੇ ਹਾਂ ਐਗਜ਼ਾਮਪਲ ਦੀ। ਪਹਿਲਾਂ ਆਪਾਂ ਕਨੈਕਟਰ ਯੂਜ਼ ਕੀਤਾ ਫੋਰ ਐਗਜ਼ਾਮਪਲ, ਜਿਹੜੇ ਕਨੈਕਟਰ ਤੁਸੀਂ BP1 ਦੇ ਵਿੱਚ ਯੂਜ਼ ਕਰ ਲਏ ਉਹ BP2 ਦੇ ਵਿੱਚ ਨਹੀਂ ਕਰਨੇ ਹੈਗੇ, ਠੀਕ ਆ। ਤਾਂ ਆਪਾਂ ਡਿਫਰੈਂਟ ਕਰਾਂਗੇ। ਫੋਰ ਇੰਸਟਾਂਸ ਅ ਰੀਸੈਂਟ ਸਟੱਡੀ ਫਾਊਂਡ ਦੈਟ, ਇੱਕ ਜਿਹੜੀ ਆਪਾਂ BP1 ਦੇ ਵਿੱਚ ਐਗਜ਼ਾਮਪਲ ਲਈ ਸੀ, ਉਹ ਆਪਾਂ ਕੀ ਕੀਤਾ ਸੀਗਾ, ਇੱਕ ਸਰਵੇ ਐਡ ਕਰ ਦਿੱਤਾ ਸੀ। ਹੁਣ ਆਪਾਂ ਸਟੱਡੀ ਐਡ ਕਰ ਰਹੇ ਹਾਂ, ਤੁਸੀਂ ਕੋਈ ਵੀ ਲਿਖ ਸਕਦੇ ਆ, ਬਸ ਆਪਣੀ ਜਿਹੜੀ ਐਗਜ਼ਾਮਪਲ ਆ ਉਹ ਪਰਸਨਲ ਨਾ ਹੋਵੇ, ਠੀਕ ਆ। ਬਸ ਇੰਨਾ ਧਿਆਨ ਰੱਖਣਾ ਹੁੰਦਾ, ਤੁਸੀਂ ਕੋਈ ਸਟੱਡੀ ਐਡ ਕਰੋ, ਤੁਸੀਂ ਕੋਈ ਸਰਵੇ ਐਡ ਕਰੋ, ਇਹਦਾ ਕੋਈ ਹੈ ਨਹੀਂ ਗਾ ਇਸ਼ੂ। ਅ ਰੀਸੈਂਟ ਸਟੱਡੀ ਫਾਊਂਡ ਦੈਟ ਐਨਰਜੈਟਿਕ ਇਨਵਾਇਰਮੈਂਟ, ਕਿ ਜਿਹੜਾ ਐਨਰਜੀ ਵਾਲਾ ਇਨਵਾਇਰਮੈਂਟ ਹੈਜ਼ ਅ ਇਕੁਅਲ ਕੰਟਰੀਬਿਊਸ਼ਨ ਐਜ਼ ਸੈਲਰੀ। ਤਾਂ ਜਿੰਨਾ ਉਹਦਾ ਕੀ ਹੈ, ਇਕੁਅਲ ਕੰਟਰੀਬਿਊਸ਼ਨ ਹੈ ਐਜ਼ ਸੈਲਰੀ, ਵੀ ਇੱਕ ਸੈਂਟੈਂਸ ਟਾਈਪ ਆ ਕਿ ਆਪਾਂ ਲਿਖਤਾ ਕਿ ਸੈਲਰੀ ਜਿੰਨਾ ਹੀ ਉਹਦਾ ਯੋਗਦਾਨ ਹੈਗਾ ਗਾ ਐਨਰਜੈਟਿਕ ਇਨਵਾਇਰਮੈਂਟ ਦਾ, ਕਾਹਦੇ ਕਿਹਨਾਂ ਲਈ, ਫॉर ਇੰਪਲੋਇਜ਼। ਤਾਂ ਵਰਕਰਸ ਲਈ ਓਨਾ ਹੀ ਇੰਪੋਰਟੈਂਟ ਹੈਗਾ ਗਾ। ਐਜ਼ ਅ ਰਿਜ਼ਲਟ ਇਟ ਇਜ਼ ਕਲੀਅਰ ਦੈਟ, ਤਾਂ ਹੁਣ ਕੀ ਕਹਿਤਾ ਆਪਾਂ, ਰਿਜ਼ਲਟ ਕਰ ਰਹੇ ਹਾਂ, ਠੀਕ ਆ, ਕਿ ਇਹ ਕਲੀਅਰ ਹੋ ਗਿਆ ਕਿ ਜਿਹੜੀ ਗੁੱਡ ਪਲੇਸ ਆਫ ਵਰਕ ਇਜ਼ ਇੰਪੋਰਟੈਂਟ ਫॉर ਡੂਇੰਗ ਵਰਕ। ਤਾਂ ਵਰਕ ਕਰਨ ਲਈ ਇੱਕ ਪਲੇਸ ਦਾ ਜਿਹੜਾ ਗੁੱਡ ਹੋਣਾ ਬਹੁਤ ਜ਼ਰੂਰੀ ਹੈਗਾ ਗਾ, ਇੰਸਟੈਡ ਆਫ ਓਨਲੀ ਗੁੱਡ ਪੈਕੇਜ। ਦੇਖੋ ਆਪਾਂ ਸੈਲਰੀ ਯੂਜ਼ ਕੀਤਾ, ਵੇਜਸ ਯੂਜ਼ ਕੀਤਾ, ਹੁਣ ਆਪਾਂ ਗੁੱਡ ਪੈਕੇਜ ਯੂਜ਼ ਕੀਤਾ, ਇਹਨਾਂ ਆਪਣਾ ਵਕੈਬ ਪਾਰਟ ਜਿਹੜਾ ਕਵਰ ਹੋ ਰਿਹਾ, ਠੀਕ ਆ। ਤਾਂ ਆਪਾਂ ਲਿਖ ਦਿੱਤਾ, ਰਿਜ਼ਲਟ ਕੀ ਕੱਢ ਦਿੱਤਾ ਕਿ ਜਿਹੜਾ ਚੰਗੀ ਪਲੇਸ ਆ ਕੰਮ ਕਰਨ ਲਈ ਉਹ ਜ਼ਰੂਰੀ ਹੋਣੀ ਚਾਹੀਦੀ ਹੈ, ਬਜਾਏ ਕਿ ਇਕੱਲੀ ਗੁੱਡ ਆਪਾਂ ਨੂੰ ਸੈਲਰੀ ਮਿਲੇ। ਲਾਈਕ ਹੁਣ ਆਪਾਂ ਨੂੰ ਸੈਲਰੀ ਗੁੱਡ ਪੇ ਕਰ ਰਹੇ ਹੋ, ਬਟ ਜਿਹੜਾ ਇਨਵਾਇਰਮੈਂਟ ਉਹ ਬੋਰਿੰਗ ਹੋਵੇ, ਆਪਾਂ ਕੰਮ ਹੀ ਨਾ ਕਰ ਪਾਈਏ, ਹੈ ਨਾ, ਤਾਂ ਫਿਰ ਉਹ ਸਹੀ ਨਹੀਂ ਰਹਿਣਾ ਗਾ। ਤਾਂ ਜੇ ਆਪਾਂ ਹੁਣ ਪਹਿਲੇ ਦੀ ਗੱਲ ਕਰੀਏ ਕਿ ਜੇ ਆਪਣਾ ਇੰਟਰਸਟ ਹੀ ਹੈ ਨਹੀਂ ਗਾ ਆਪਣੀ ਜੋਬ ਦੇ ਵਿੱਚ, ਤਾਂ ਆਪਾਂ ਕੰਮ ਹੀ ਨਹੀਂ ਕਰ ਸਕਾਂਗੇ, ਬੈਟਰ ਪਰਫੋਰਮ ਨਹੀਂ ਕਰ ਸਕਾਂਗੇ, ਠੀਕ ਆ। ਤਾਂ ਜੇ ਇੰਡਾਇਰੈਕਟ ਸੋਚ ਕੇ ਤਾਂ ਬੈਟਰ ਪਰਫੋਰਮ ਨਾ ਕਰਾਂਗੇ ਤਾਂ ਉਹ ਆਪਣੀ ਸੈਲਰੀ 'ਤੇ ਵੀ ਕਿਤੇ ਨਾ ਕਿਤੇ ਇਫੈਕਟ ਪਊਗਾ। ਤਾਂ ਇਸ ਲਈ ਜਿਹੜੀ ਇਕੱਲੀ ਸੈਲਰੀ ਹੀ ਇੰਪੋਰਟੈਂਟ ਨਹੀਂ ਗੀ, ਹੋਰ ਵੀ ਐਸਪੈਕਟ ਜਿਹੜੇ ਉਨੇ ਹੀ ਇੰਪੋਰਟੈਂਟ ਆ। ਤਾਂ ਹੁਣ ਕੀ ਆਪਾਂ ਗੱਲ ਕਰਾਂਗੇ, ਕਨਕਲੂਜ਼ਨ ਦੀ ਗੱਲ ਕਰਾਂਗੇ। ਤਾਂ ਕਨਕਲੂਜ਼ਨ ਵਿੱਚ ਆਪਾਂ ਇੱਕ ਸੈਂਟੈਂਸ ਟਾਈਪ ਯੂਜ਼ ਕਰ ਸਕਦੇ ਹਾਂ, ਮੈਂ ਤੁਹਾਨੂੰ ਦੱਸਦੀ ਹਾਂ। ਟੂ ਕਨਕਲੂਡ ਇਟ, ਪਹਿਲਾਂ ਤਾਂ ਕਨੈਕਟਰ ਯੂਜ਼ ਕਰ ਲਿਆ, ਕੌਮਾ ਯੂਜ਼ ਕਰ ਲਿਆ। ਹੁਣ ਆਪਾਂ ਕਰ ਰਹੇ ਹਾਂ ਆਲਦੋ ਯੈਟ, ਠੀਕ ਆ। ਆਲਦੋ ਯੈਟ ਤੁਸੀਂ ਆਲਦੋ ਦੇ ਨਾਲ ਕਦੇ ਵੀ ਬਟ ਯੂਜ਼ ਨਹੀਂ ਕਰਨਾ, ਠੀਕ ਆ। ਬਟ ਨਹੀਂ ਯੂਜ਼ ਕਰਨਾ, ਜਾਂ ਤਾਂ ਤੁਸੀਂ ਯੈਟ ਯੂਜ਼ ਕਰੋ, ਜਾਂ ਫਿਰ ਸਿੰਪਲੀ ਤੁਸੀਂ ਕੌਮਾ ਪਾ ਕੇ ਵੀ ਛੱਡ ਸਕਦੇ ਆ, ਠੀਕ ਆ। ਤਾਂ ਹੁਣ ਮੈਂ ਤੁਹਾਨੂੰ ਇੱਥੇ ਯੂਜ਼ ਕਰਕੇ ਦੱਸਦੀ ਹਾਂ। ਆਲਦੋ ਸੈਲਰੀ ਇਜ਼ ਮੋਸਟ ਇੰਪੋਰਟੈਂਟ, ਇੱਥੇ ਆਲਦੋ ਯੈਟ ਦਾ ਉੱਥੇ ਯੂਜ਼ ਹੁੰਦਾ ਜਿੱਥੇ ਆਪਾਂ ਕਹੀਏ ਕਿ ਭਾਵੇਂ ਇਹ ਹੈਗੀ ਆ ਪਰ ਇਹਦੇ ਨਾਲ ਨਾਲ ਇਹ ਵੀ ਚੀਜ਼ ਹੈਗੀ ਆ, ਠੀਕ ਆ। ਆਲਦੋ ਸੈਲਰੀ ਇਜ਼ ਮੋਸਟ ਇੰਪੋਰਟੈਂਟ ਫੈਕਟਰ ਆਫ ਐਵਰੀ ਵਰਕ, ਭਾਵੇਂ ਉਹ ਕਹਿੰਦੇ ਵੀ ਜਿਹੜੀ ਸੈਲਰੀ ਹੈ ਬਹੁਤ ਇੰਪੋਰਟੈਂਟ ਆ ਹਰੇਕ ਕੰਮ ਦੇ ਲਈ, ਕਿਉਂਕਿ ਜਦੋਂ ਵੀ ਆਪਾਂ ਕੋਈ ਜੋਬ ਕਰਦੇ ਹੈਗੇ ਜਾਂ ਕੋਈ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਫਸਟ ਆਫ ਆਲ ਇਹੀ ਹੁੰਦਾ ਕਿ ਸੈਲਰੀ ਹੈ ਨਾ ਕਿੱਦਾਂ ਆਪਣੀ ਜਾਂ ਕਿੰਨੀ ਹੈਗੀ ਆ। ਹਰੇਕ ਕੰਮ ਦੇ ਲਈ ਜਿਹੜੀ ਸੈਲਰੀ ਉਹ ਬਹੁਤ ਇੰਪੋਰਟੈਂਟ ਆ। ਯੈਟ, ਤਾਂ ਯੈਟ ਬਾਰੇ ਤਾਂ ਇੱਥੇ ਤੁਸੀਂ ਕੌਮਾ ਵੀ ਯੂਜ਼ ਕਰ ਸਕਦੀ ਆ। ਦੇਅਰ ਆਰ ਨਿਊਮਰਸ ਐਸਪੈਕਟ, ਤਾਂ ਹੋਰ ਵੀ ਜਿਹੜੇ ਐਸਪੈਕਟ ਹੈਗੇ ਆ ਵਿਚ ਆਰ ਇੰਪੋਰਟੈਂਟ ਫॉर ਜੋਬ ਸੈਟਿਸਫੈਕਸ਼ਨ, ਤਾਂ ਜੋਬ ਸੈਟਿਸਫੈਕਸ਼ਨ ਲਈ ਹੋਰ ਵੀ ਐਸਪੈਕਟ ਜਿਹੜੇ ਨਿਊਮਰਸ ਐਸਪੈਕਟ ਹੈਗੇ ਆ ਜਿਹੜੇ ਕਿ ਜੋਬ ਸੈਟਿਸਫੈਕਸ਼ਨ ਲਈ ਇੰਪੋਰਟੈਂਟ ਆ, ਐਜ਼ ਮੈਂਸ਼ਨ ਇਨ ਦਾ ਐਸੇ, ਜਿਵੇਂ ਅਸੀਂ ਐਸੇ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ, ਠੀਕ ਆ। ਤਾਂ ਇਹ ਤੋਂ ਤੁਹਾਨੂੰ ਕਨਕਲੂਜ਼ਨ ਤੋਂ ਇਹ ਦੱਸਦਾ ਆਪਾਂ ਕਿ ਭਾਵੇਂ ਜਿਹੜੀ ਸੈਲਰੀ ਹੈਗੀ ਹੈ ਇੰਪੋਰਟੈਂਟ, ਬਟ ਹੋਰ ਵੀ ਐਸਪੈਕਟ ਇੰਪੋਰਟੈਂਟ ਆ, ਜਿੱਦਾਂ ਕਿ ਮੈਂ ਜਿਹੜਾ ਐਸੇ ਦੇ ਵਿੱਚ ਮੈਂਸ਼ਨ ਕੀਤਾ ਹੈਗਾ, ਠੀਕ ਆ।
ਦੇਖੋ ਆਪਾਂ ਡਿਸਐਗਰੀ ਗਏ ਸਟੇਟਮੈਂਟ ਦੇ ਨਾਲ, ਆਪਾਂ ਓਵਰਆਲ ਦੀ ਗੱਲ ਕਰ ਲੈਂਦੇ ਸਾਰੇ। ਸਟੇਟਮੈਂਟ ਦੇਖੀ ਆਪਾਂ ਕਿ ਸੈਲਰੀ ਉਹ ਕਹਿੰਦੇ ਜ਼ਿਆਦਾ ਇੰਪੋਰਟੈਂਟ ਹੈਗੀ ਆ ਹੋਰ ਰਿਸਪੈਕਟ ਨਾਲੋਂ, ਆਪਾਂ ਕਿ ਨਹੀਂ ਸੈਲਰੀ ਇੰਪੋਰਟੈਂਟ ਹੈਗੀ ਆ ਬਟ ਹੋਰ ਵੀ ਰਿਸਪੈਕਟ ਉਨੀ ਹੀ ਇੰਪੋਰਟੈਂਟ ਆ, ਠੀਕ ਆ। ਆਪਾਂ ਡਿਸਐਗਰੀ ਹੋ ਗਏ ਸਟੇਟਮੈਂਟ ਦੇ ਨਾਲ, BP1 ਵੀ ਡਿਸਐਗਰੀ, BP2 ਵੀ ਡਿਸਐਗਰੀ, ਕਨਕਲੂਜਨ ਦੇ ਵਿੱਚ ਵੀ ਆਪਾਂ ਆਪਣਾ ਜਿਹੜਾ ਡਿਸਐਗਰੀਮੈਂਟ ਹੀ ਸ਼ੋਅ ਕੀਤਾ ਹੈਗਾ, ਠੀਕ ਆ। ਤਾਂ ਤੁਸੀਂ ਜਿਹੜਾ ਕਨਕਲੂਜਨ ਤੱਕ ਆਪਣਾ ਇੱਕ ਹੀ ਸਾਈਡ 'ਤੇ ਰਹਿਣਾ ਹੈਗਾ। ਕਨੈਕਟਰਸ ਆਪਾਂ ਡਿਫਰੈਂਟ ਯੂਜ਼ ਕੀਤੇ ਆ, ਜਿਹੜੇ BP1 'ਚ ਯੂਜ਼ ਕਰ ਲਏ BP2 'ਚ ਬਿਲਕੁਲ ਨਹੀਂ ਯੂਜ਼ ਕਰਨੇ। ਸੈਂਟੈਂਸ ਵੇਰੀਏਸ਼ਨਸ ਆਪਾਂ ਐਡ ਕੀਤੀਆਂ ਗਈਆਂ, ਵੋਕੈਬ ਦਾ ਪਾਰਟ ਵੀ ਆਪਾਂ ਕਵਰ ਕਰ ਲਿਆ, ਟਾਸਕ ਰਿਸਪੌਂਸ ਵੀ ਆਪਣਾ ਹੋ ਗਿਆ ਕਿਉਂਕਿ ਆਪਾਂ ਸੇਮ ਜੋ ਸਟੇਟਮੈਂਟ ਦੇ ਪੁੱਛਿਆ ਸੀਗਾ ਆਪਾਂ ਉਹੀ ਆਨਸਰ ਕੀਤਾ ਹੈਗਾ। ਤਾਂ ਜਿਹੜਾ ਆਪਣਾ ਐਗਰੀ ਔਰ ਡਿਸਐਗਰੀ ਦੀ ਟਾਈਪ ਹੈਗੀ ਉਹ ਤੁਸੀਂ ਇਸ ਤਰੀਕੇ ਨਾਲ ਲਿਖਣੀ ਆ। ਕੋਸ਼ਿਸ਼ ਕਰਨੀ ਹੈ ਕਿ ਆਪਾਂ ਜੇ ਐਗਰੀ ਵਾਲੀ ਸਾਈਡ ਆ ਤਾਂ ਐਗਰੀ ਵਾਲੀ ਸਾਈਡ ਕਨਕਲੂਜਨ ਦਾ ਕਰੀਏ, ਜੇ ਡਿਸਐਗਰੀ ਵਾਲੀ ਸਾਈਡ ਆ ਤਾਂ ਡਿਸਐਗਰੀ ਵਾਲੀ ਸਾਈਡ ਕਰੀਏ। ਤਾਂ ਆਪਾਂ ਜਿਹੜੇ 2 ਪੁਆਇੰਟਸ ਦੇਣੇ ਹੁੰਦੇ ਆ, ਠੀਕ ਆ, ਤੁਸੀਂ ਉਹਨੂੰ ਚੰਗੀ ਤਰ੍ਹਾਂ ਐਲੈਬੋਰੇਟ ਕਰੋ। ਦੇਖੋ ਕਈ ਬੱਚੇ ਯੂਜ਼ ਕਰਦੇ ਹੈਗੇ ਆ ਕਿ ਜਿਵੇਂ BP1 ਆਪਣੇ ਕੋਲੇ, ਠੀਕ ਆ, BP1 ਦੇ ਵਿੱਚ 2 ਪੁਆਇੰਟਸ ਦਿੰਦੇ ਆ, ਲਾਈਕ 2 ਆਈਡੀਆਜ਼, ਠੀਕ ਆ। ਤਾਂ 2 ਆਈਡੀਆਜ਼ ਦਿੱਤੇ ਬਟ ਤੁਸੀਂ ਐਲੈਬੋਰੇਟ ਨਹੀਂ ਕਰ ਪਾਏ, ਉਹ ਬਿਲਕੁਲ ਵੀ ਇਫੈਕਟਿਵ ਨਹੀਂ ਤਰੀਕਾ ਹੈਗਾ, ਠੀਕ ਆ। ਤੁਸੀਂ ਇੱਕ ਆਈਡੀਆ ਦਿਓ, ਉਹਨੂੰ ਚੰਗੀ ਤਰ੍ਹਾਂ ਐਲੈਬੋਰੇਟ ਕਰੋ, ਠੀਕ ਆ, ਫਿਰ ਉਹ ਠੀਕ ਆ। ਜੇ ਤੁਸੀਂ 2 ਆਈਡੀਆ ਦਿੱਤੇ ਬਟ ਤੁਸੀਂ ਐਲੈਬੋਰੇਟ ਹੀ ਨਹੀਂ ਕੀਤਾ, ਐਗਜ਼ਾਮੀਨਰ ਨੂੰ ਸਮਝ ਹੀ ਨਹੀਂ ਆਇਆ, ਜਿਹਨੇ ਤੁਸੀਂ ਇੱਕ ਆਈਡੀਆ ਦਿੱਤਾ ਉਹਨੂੰ ਬਸ ਇੱਕ ਦੱਸਤਾ ਕਿ ਇਹ ਵਾਲਾ ਹੈਗਾ ਗਾ, ਪਰ ਐਗਜ਼ਾਮੀਨਰ ਨੂੰ ਦੱਸਿਆ ਨਹੀਂ ਹੈਗਾ, ਤੁਸੀਂ ਐਕਸਪਲੇਨ ਨਹੀਂ ਕੀਤਾ ਵੀ ਇਹ ਕਿਵੇਂ ਆ ਜਾਂ ਕਿੱਦਾਂ ਹੈਗਾ ਗਾ, ਠੀਕ ਆ। ਤੁਸੀਂ ਫਿਰ ਉਹਦੇ ਨਾਲ ਹੀ ਦੂਸਰਾ ਆਈਡੀਆਜ਼ ਜਿੰਨੇ ਮਰਜ਼ੀ ਦਿਓ, ਉਹਨਾਂ ਨੇ ਆਪਾਂ ਨੂੰ ਆਈਡੀਆਜ਼ ਨਹੀਂ ਇਕੱਲੇ ਪੁੱਛੇ, ਇੱਕ ਚੰਗੀ ਤਰ੍ਹਾਂ ਐਲੈਬੋਰੇਸ਼ਨ ਕਰਨੀ ਹੈ, ਦੱਸਣਾ ਕਿ ਇਸ ਤਰ੍ਹਾਂ ਹੈਗਾ ਗਾ, ਠੀਕ ਆ। ਉਹਨੂੰ ਐਗਜ਼ਾਮਪਲ, ਰਿਜ਼ਲਟ, ਸਪੋਰਟ ਆਈਡੀਆ ਦੇ ਕੇ ਚੰਗੀ ਤਰ੍ਹਾਂ ਆਈਡੀਆ ਨੂੰ ਆਪਣੇ ਨੂੰ ਸਪੋਰਟ ਕਰਨਾ ਹੈਗਾ ਵੀ ਹਾਂਜੀ ਇਹ ਤੇ ਹੈਗਾ ਗਾ ਆਈਡੀਆ ਆਪਣਾ, ਠੀਕ ਆ। ਤਾਂ ਇਸ ਤਰ੍ਹਾਂ ਤੁਸੀਂ ਕਰਨਾ। ਇਹ ਗੱਲ ਗਲਤ ਨਹੀਂ ਹੈਗੀ ਕਿ ਤੁਸੀਂ 2 ਆਈਡੀਆਜ਼ ਦਿੰਦੇ ਆ, ਠੀਕ ਆ, ਤੁਸੀਂ 2 ਆਈਡੀਆਜ਼ ਦੇ ਰਹੇ ਆ ਬਟ ਕੋਸ਼ਿਸ਼ ਕਰੋ ਕਿ ਚੰਗੀ ਤਰ੍ਹਾਂ ਐਲੈਬੋਰੇਟ ਹੋਵੇ। ਮਤਲਬ ਕਿ ਜਦੋਂ ਤੁਸੀਂ ਲਿਖਦੇ ਐਸੇ ਤੁਹਾਨੂੰ ਪਤਾ ਲੱਗਦਾ ਹੋਵੇ ਵੀ ਇੰਨਾ ਪੜ੍ਹ ਲਿਆ ਜੇ ਐਗਜ਼ਾਮੀਨਰ ਨੇ ਤਾਂ ਉਹਨੂੰ ਜਿਹੜਾ ਮੇਰੇ ਮਾਈਂਡ ਵਿੱਚ ਆਈਡੀਆ ਚੱਲ ਰਿਹਾ ਜਿੱਥੋਂ ਤੱਕ ਉਹ ਸਾਰਾ ਉਹਨੂੰ ਸਮਝ ਆਉਣਾ ਚਾਹੀਦਾ ਜਿਹੜਾ ਕਿ ਆਪਣਾ ਐਸੇ ਚੈੱਕ ਕਰੂਗਾ, ਠੀਕ ਆ। ਦੇਖੋ ਹੁਣ ਜਿੱਦਾਂ ਆਪਾਂ ਲਿਖਿਆ ਹੈਗਾ ਗਾ BP1 ਵਿੱਚ, BP1 ਦੇ ਵਿੱਚ ਆਪਾਂ ਪਹਿਲਾਂ ਦੱਸਤਾ ਕਿ ਪੈਸ਼ਨ ਹੋਣਾ ਚਾਹੀਦਾ। ਦੇਖੋ ਜੀ ਹੁਣ ਇੱਥੇ ਆਪਾਂ ਚਾਹੁੰਦੇ ਪੈਸ਼ਨ ਹੋਣਾ ਚਾਹੀਦਾ ਤੇ ਉਹ ਆਪਣਾ ਕੋਈ ਇਫੈਕਟਿਵ ਜਾਂ ਨਹੀਂ ਲੱਗੂਗਾ। ਕੀ ਪਤਾ ਜਿਹੜਾ ਪੈਸ਼ਨ ਆਪਣੇ ਮਾਈਂਡ ਵਿੱਚ ਆ ਰਿਹਾ ਕਿ ਪੈਸ਼ਨ ਦੇ ਨਾਲ ਇਹ ਇਫੈਕਟ ਹੋ ਸਕਦੇ ਆਪਣੀ ਜੋਬ 'ਤੇ, ਐਗਜ਼ਾਮੀਨਰ ਦੇ ਮਾਈਂਡ ਵਿੱਚ ਨਾ ਆ ਰਿਹਾ ਹੋਵੇ, ਹੈ ਨਾ। ਇਸ ਲਈ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਕਿ ਨਹੀਂ, ਜਦੋਂ ਉਹ ਇੰਜੋਏ ਕਰੂਗਾ ਉਹ ਪਰਫੋਰਮ ਬੈਟਰ ਕਰੂਗਾ, ਜਦੋਂ ਉਹ ਪਰਫੋਰਮ ਬੈਟਰ ਕਰੂਗਾ ਉਹਦਾ ਇੰਟਰਸਟ ਜ਼ਿਆਦਾ ਬਣੂਗਾ, ਹੈ ਨਾ। ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਜਿਹੜਾ ਐਲੈਬੋਰੇਸ਼ਨ ਕੀਤੀ ਆ। ਫਿਰ ਆਪਾਂ ਜਿਹੜਾ ਸੈਕਿੰਡ ਪੁਆਇੰਟ ਦਿੱਤਾ ਉਹ ਆਪਾਂ ਦਿੱਤਾ ਕਿ ਇੱਕ ਚੰਗੀ ਤਰ੍ਹਾਂ ਵਧੀਆ ਪਲੇਸ ਹੋਣੀ ਚਾਹੀਦੀ ਵਰਕ ਲਈ, ਉਹ ਕਿਵੇਂ ਹੋਣੀ ਚਾਹੀਦੀ, ਸਾਰਾ ਕੁਝ ਦੱਸ ਦਿੱਤਾ, ਠੀਕ ਆ। ਫਿਰ ਉਹਦੀ ਆਪਾਂ ਐਗਜ਼ਾਮਪਲ ਵੀ ਦਿੱਤੀ ਹੈ ਕਿ ਸਰਵੇ ਨੇ ਵੀ ਇਹ ਮਤਲਬ ਫਾਊਂਡ ਕੀਤਾ ਹੈਗਾ, ਸਟੱਡੀ ਨੇ ਵੀ ਇਹ ਫਾਊਂਡ ਕੀਤਾ। ਤਾਂ ਰਿਜ਼ਲਟ ਦਿੱਤਾ, ਪਰ ਰਿਜ਼ਲਟ ਵਿੱਚ ਵੀ ਦੱਸਿਆ ਵੀ ਇਹਦਾ ਇਫੈਕਟ ਕੀ ਪਊਗਾ, ਠੀਕ ਆ। ਅਤੇ ਐਂਡ 'ਤੇ ਆਪਾਂ ਕਨਕਲੂਜਨ ਜਦੋਂ ਕੀਤਾ ਤਾਂ ਉਦੋਂ ਵੀ ਆਪਾਂ ਦੱਸਤਾ ਕਿ ਸੈਲਰੀ ਇੰਪੋਰਟੈਂਟ ਹੈਗੀ ਆ ਪਰ ਹੋਰ ਵੀ ਰਿਸਪੈਕਟ ਇੰਪੋਰਟੈਂਟ ਆ, ਜਿਹੜੇ ਕਿ ਮੈਂ ਐਸੇ ਦੇ ਵਿੱਚ ਆਲਰੇਡੀ ਮੈਂਸ਼ਨ ਕਰ ਚੁੱਕਾ ਵਾਂ, ਠੀਕ ਆ। ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਐਗਰੀ ਔਰ ਡਿਸਐਗਰੀ ਦੀ ਟਾਈਪ ਨੂੰ ਸੋਲਵ ਕਰਨਾ ਹੈਗਾ। ਤਾਂ ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਅਤੇ ਤੁਹਾਡੇ ਲਈ ਯੂਜ਼ਫੁਲ ਹੋਊਗੀ। ਥੈਂਕਸ ਫॉर ਵਾਚਿੰਗ।